विद्या विचारी ਤਾਂ ਪਰਉਪਕਾਰੀ। ਜਿਵੇਂ ਕਿ ਤੁਹਾਨੂੰ ਪਤਾ ਅਸੀਂ ਪੋਲਿਟੀ ਦੀ ਸੀਰੀਜ਼ ਚਲਾਈ ਸੀ ਤੇ ਪੋਲਿਟੀ ਦੀ ਸੀਰੀਜ਼ ਪਹਿਲੇ 6 ਲੈਕਚਰ ਫਿਰ 2 ਲੈਕਚਰ ਐਮਸੀਕਿਊਜ਼ ਦੇ ਲਿੱਤੇ ਸੀਗੇ। ਜੇ ਤੁਸੀਂ ਪੋਲਿਟੀ ਦੀ ਸੀਰੀਜ਼ ਦੇਖਣਾ ਚਾਹੁੰਦੇ ਹੋ ਥੱਲੇ ਪਲੇਲਿਸਟ ਦੇ ਦਿੱਤੀ ਗਈ ਹੈ ਜੀ, ਪੋਲਿਟੀ ਦੀ ਸੀਰੀਜ਼ ਦੇਖ ਲਓ। ਆਪਾਂ ਸ਼ੁਰੂ ਕਰਨ ਜਾ ਰਹੇ ਹਾਂ ਜੀ ਹਿਸਟਰੀ ਦੀ ਸੀਰੀਜ਼, ਯਾਨੀ ਕਿ ਇਤਿਹਾਸ ਦੀ ਸੀਰੀਜ਼। ਭਾਰਤ ਦਾ ਇਤਿਹਾਸ ਕੀ ਸੀ ਆਪਾਂ ਪਹਿਲਾਂ ਥੋੜੀ ਜਿਹੀ ਥਿਊਰੀ ਦੇਖਾਂਗੇ, ਨਾਲ ਦੀ ਨਾਲ ਕੁਝ ਪ੍ਰਸ਼ਨ ਵੀ ਦੇਖਾਂਗੇ। ਸੋ ਭਾਰਤ ਦੀ ਹਿਸਟਰੀ ਸ਼ੁਰੂ ਕਰਨ ਜਾ ਰਹੇ ਹਾਂ ਜੀ। ਹਿਸਟਰੀ ਦੀ ਸੀਰੀਜ਼ ਜਿਹੜੀ ਆ ਅੱਜ ਤੋਂ ਸ਼ੁਰੂ ਕੀਤੀ ਜਾ ਰਹੀ ਹੈ ਸਾਡੇ ਚੈਨਲ ਤੇ। ਸੋ ਹਿਸਟਰੀ ਸੀਰੀਜ਼ ਦਾ ਪਹਿਲਾ ਲੈਕਚਰ ਹੈ ਜੀ। ਅਗਰ ਤੁਸੀਂ ਪਹਿਲਾਂ ਦੀ ਸੀਰੀਜ਼ ਦੇਖਣਾ ਚਾਹੁੰਦੇ ਹੋ ਤਾਂ ਪਲੇਲਿਸਟ ਜਾਓ, ਪਲੇਲਿਸਟ ਦੇ ਵਿੱਚ ਤੁਹਾਨੂੰ ਸਭ ਕੁਝ ਮਿਲ ਜਾਏਗਾ। ਪਹਿਲਾਂ ਦੀ ਸੀਰੀਜ਼ ਮਿਲ ਜਾਣਗੀਆਂ, ਪੋਲਿਟੀ ਦੀ ਸੀਰੀਜ਼ ਤੇ ਤੁਸੀਂ ਰੀਜ਼ਨਿੰਗ ਦੀ ਕਲਾਸਾਂ ਵੀ ਦੇਖ ਸਕਦੇ ਹੋ। ਨਾਲ ਦੀ ਨਾਲ ਜੇ ਤੁਸੀਂ ਅਗਰ ਟੈਲੀਗ੍ਰਾਮ ਗਰੁੱਪ ਜੁਆਇਨ ਕਰਨਾ ਚਾਹੁੰਦੇ ਹੋ ਥੱਲੇ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦੇ ਦਿੱਤਾ ਗਿਆ ਹੈ, ਤੁਸੀਂ ਲਿੰਕ ਤੇ ਕਲਿੱਕ ਕਰੋ, ਟੈਲੀਗ੍ਰਾਮ ਗਰੁੱਪ ਜੁਆਇਨ ਕਰ ਲਓ। ਟੈਲੀਗ੍ਰਾਮ ਗਰੁੱਪ ਤੋਂ ਤੁਹਾਨੂੰ ਨਵੇਂ ਅਪਡੇਟਸ ਜੋ ਭਰਤੀ ਬਾਰੇ ਹੈਗੇ ਆ ਮਿਲਦੇ ਰਹਿਣਗੇ। ਬਾਕੀ ਟੈਲੀਗ੍ਰਾਮ ਗਰੁੱਪ ਦਾ ਨਾਮ ਹੈਗਾ ਜੀ ਪੰਜਾਬ ਪੁਲਿਸ ਜੀਕੇ, ਤੁਸੀਂ ਸਰਚ ਵੀ ਕਰ ਸਕਦੇ ਹੋ ਪੰਜਾਬ ਪੁਲਿਸ ਜੀਕੇ। ਸੋ ਆਪਾਂ ਹਿਸਟਰੀ ਸ਼ੁਰੂ ਕਰਨ ਜਾ ਰਹੇ ਹਾਂ ਜੀ। ਹਿਸਟਰੀ ਦੇ ਜੋ ਪੜਾਂਗੇ ਜੀ, ਸਭ ਤੋਂ ਪਹਿਲੀ ਚੀਜ਼ ਦੇਖਾਂਗੇ ਹਿਸਟਰੀ ਦੀ ਸ਼ੁਰੂਆਤ ਕਿਵੇਂ ਹੋਈ, ਹਿਸਟਰੀ ਕਿਵੇਂ ਸ਼ੁਰੂ ਹੋਈ। ਸੋ ਪਹਿਲਾਂ ਤਾਂ ਹਿਸਟਰੀ ਦੀ ਸ਼ੁਰੂਆਤ ਵਿੱਚ ਸਭ ਤੋਂ ਪਹਿਲੀ ਚੀਜ਼ ਹੈ ਜੀ ਹੜੱਪਾ ਸਭਿਅਤਾ, ਯਾਨੀ ਸਿੰਧੂ ਘਾਟੀ ਦੀ ਸਭਿਅਤਾ। ਦੇਖੋ ਜੀ ਹੜੱਪਾ ਸਭਿਅਤਾ, ਸਿੰਧੂ ਘਾਟੀ ਦੀ ਸਭਿਅਤਾ। ਦੇਖੋ ਪਹਿਲੀ ਗੱਲ ਸਭ ਤੋਂ ਪਹਿਲਾਂ ਨਾਮ ਉੱਠਦਾ ਵੀ ਹੜੱਪਾ ਸਭਿਅਤਾ ਨਾਮ ਕਿਉਂ ਪਿਆ ਸੀ। ਹੜੱਪਾ ਨਾਮ ਇਸ ਕਰਕੇ ਪਿਆ ਸੀਗਾ ਕਿਉਂਕਿ ਪਹਿਲਾ ਸ਼ਹਿਰ ਸੀ ਜਿਹੜਾ ਖੋਦਿਆ ਗਿਆ ਸੀਗਾ, ਹੜੱਪਾ ਪਹਿਲਾ ਸ਼ਹਿਰ ਸੀ, ਇਸ ਕਰਕੇ ਇਹਦਾ ਨਾਮ ਹੜੱਪਾ ਸਭਿਅਤਾ ਪੈ ਗਿਆ ਸੀਗਾ। ਇਹ ਕੀ ਸੀਗੀ ਸਭਿਅਤਾ, ਕਿਹੋ ਜਿਹੀ ਸੀਗੀ? ਇੱਕ ਐਸਾ ਪਸਾਰਾ ਸੀ ਜਿਸ ਵਿੱਚ ਆਮ ਲੋਕ ਰਹਿੰਦੇ ਸੀਗੇ, ਸਾਡੇ ਵਰਗੇ ਆਮ ਲੋਕ ਰਹਿੰਦੇ ਸੀ। ਐਸਾ ਪਸਾਰਾ ਸੀਗਾ ਜਿਸ ਵਿੱਚ ਆਮ ਲੋਕ ਰਹਿੰਦੇ ਸੀਗੇ। ਹੜੱਪਾ ਸਭਿਅਤਾ ਇੱਕ ਐਸਾ ਪਸਾਰਾ ਸੀ ਜਿਸ ਵਿੱਚ ਆਮ ਲੋਕ ਰਹਿੰਦੇ ਸੀਗੇ। ਤੁਸੀਂ ਕੀ ਯਾਦ ਰੱਖਣਾ ਸਭ ਤੋਂ ਮੇਨ ਗੱਲ, ਹੜੱਪਾ ਸਭਿਅਤਾ ਕਦੋਂ ਤੋਂ ਕਦੋਂ ਤੱਕ ਸੀ। ਸੋ ਪੇਪਰ ਦੇ ਵਿੱਚ ਕੁਐਸਚਨ ਬਾਰ-ਬਾਰ ਪੁੱਛਿਆ ਜਾਂਦਾ ਵੀ ਹੜੱਪਾ ਸਭਿਅਤਾ ਕਦੋਂ ਤੋਂ ਕਦੋਂ ਤੱਕ ਸੀਗੀ, ਤਾਂ 2500 ਤੋਂ 1750 ਈਸਾ ਪੂਰਵ, ਯਾਨੀ BC ਵਿੱਚ ਕਹਿੰਦੇ ਆ 2500 ਤੋਂ 1750 ਈਸਾ ਪੂਰਵ, ਯਾਨੀ ਕਿ BC। ਸੋ ਇਸ ਦਾ ਧਿਆਨ ਰੱਖਣਾ ਹੈ। ਪਹਿਲਾਂ ਤਾਂ ਹੜੱਪਾ ਸਭਿਅਤਾ ਦਾ ਨਾਮ ਹੜੱਪਾ ਸਭਿਅਤਾ ਕਿਉਂ ਪਿਆ ਸੀਗਾ, ਕਿਉਂਕਿ ਪਹਿਲਾ ਸ਼ਹਿਰ ਸੀਗਾ ਹੜੱਪਾ, ਠੀਕ ਹੈ, ਜਿਹਨੂੰ ਖੋਦਿਆ ਗਿਆ ਸੀਗਾ ਤੇ ਇੱਕ ਐਸਾ ਪਸਾਰਾ ਸੀ ਜਿਸ ਆਮ ਲੋਕ ਰਹਿੰਦੇ ਹਨ। ਤੇ ਹੜੱਪਾ ਸਭਿਅਤਾ ਕਦੋਂ ਤੋਂ ਕਦੋਂ ਤੱਕ ਸੀ? ਸੋ 2500 ਤੋਂ 1750 ਈਸਾ ਪੂਰਵ BC ਵਿੱਚ ਤੱਕ ਸੀਗਾ। ਪੇਪਰ ਦੇ ਵਿੱਚ ਕੁਐਸਚਨ ਸਿੱਧਾ ਪੁੱਛਦੇ ਆ ਵੀ ਕਦੋਂ ਤੋਂ ਕਦੋਂ ਤੱਕ ਸੀਗੀ। ਤੁਸੀਂ ਧਿਆਨ ਰੱਖਣਾ 2500 ਤੋਂ 1750 ਈਸਾ ਪੂਰਵ। ਇਹ ਆਮ ਲੋਕ ਰਹਿੰਦੇ ਸੀ। ਇਹਦੇ ਵਿੱਚ ਪਹਿਲੀ ਗੱਲ ਪਤਾ ਕਿਵੇਂ ਲੱਗਿਆ ਸੀਗਾ ਵੀ ਕੋਈ ਸਭਿਅਤਾ ਹੈ। ਸੋ ਆਪਾਂ ਥੋੜਾ ਹਿਸਟਰੀ ਵਿੱਚ ਜਾਵਾਂਗੇ। ਕੀ ਹੋਇਆ ਸੀਗਾ ਜਦੋਂ ਬ੍ਰਿਟਿਸ਼ਰ ਸੀਗੇ ਨਾ, ਉਹਨਾਂ ਨੇ ਕਿਹਾ ਸੀਗਾ 1853 ਤੋਂ 1856 ਦੇ ਵਿੱਚ ਇੱਕ ਰੇਲ ਦੀ ਪੰਜਾਬ ਵਿੱਚੋਂ ਨਾ ਇੱਕ ਰੇਲ ਦੀ ਪਟੜੀ ਕੱਢਣੀ ਸੀ। ਇੱਕ ਰੇਲ ਦੀ ਪਟੜੀ ਜਿਹੜੀ ਆ ਉਹ ਕੱਢਣੀ ਸੀਗੀ ਪੰਜਾਬ ਦੇ ਵਿੱਚੋਂ। ਤਾਂ ਕੀ ਹੋਇਆ, ਜਿਹੜੇ ਇੱਥੇ ਵਰਕਰ ਲੱਗੇ ਪਏ ਸੀ, ਜਿਹੜੇ ਕੰਸਟਰਕਸ਼ਨ ਵਰਕਰ ਲੱਗੇ ਪਏ ਸੀ ਨਾ, ਤਾਂ ਉਹਨਾਂ ਨੂੰ ਕੁਝ ਖੁਦਾਈ ਕਰਦੇ ਸਮੇਂ, ਕੁਝ ਜਦੋਂ ਪਟੜੀ ਰਸਤੇ ਤੋਂ ਖੁਦਾਈ ਕਰ ਰਹੇ ਸੀਗੇ, ਕੁਝ ਪੁਰਾਤਨ ਇੱਟਾਂ ਮਿਲੀਆਂ ਸੀ। ਕੁਝ ਇੱਟਾਂ ਮਿਲੀਆਂ ਸੀਗੀਆਂ ਪੁਰਾਤਨ ਇੱਟਾਂ। ਉਹ ਇੱਟਾਂ ਬਹੁਤ ਵਧੀਆ ਲੱਗ ਰਹੀਆਂ ਸੀ, ਇੱਟਾਂ ਕਾਫੀ ਵਧੀਆ ਇੱਟਾਂ ਲੱਗ ਰਹੀਆਂ ਸੀ। ਤਾਂ ਪੁਰਾਤਨ ਇੱਟਾਂ ਮਿਲੀਆਂ ਸੀਗੀਆਂ ਜਦੋਂ ਇੱਕ ਰੇਲ ਪਟੜੀ ਕੱਢਣੀ ਸੀਗੀ। ਤਾਂ ਕੀ ਹੋਇਆ, ਇੱਟਾਂ ਮਿਲੀਆਂ ਤਾਂ ਉਹਨਾਂ ਨੇ ਉਸੇ ਇੱਟਾਂ ਦੀ ਵਰਤੋਂ ਕਰਕੇ ਇੱਕ ਰੇਲ ਪਟੜੀ ਕੱਢੀ। ਪਰ ਤਦੋਂ ਤਾਂ ਇਹਨੂੰ ਇੰਨਾ ਧਿਆਨ ਨਹੀਂ ਦਿੱਤਾ ਗਿਆ, ਇਗਨੋਰ ਜਿਹਾ ਕਰ ਦਿੱਤਾ ਗਿਆ। ਤਦੋਂ ਇਸ ਤੇ ਇੰਨਾ ਕੁ ਧਿਆਨ ਨਹੀਂ ਦਿੱਤਾ ਗਿਆ ਸੀਗਾ ਵੀ ਉਰੇ ਕੋਈ ਸਭਿਅਤਾ ਵੀ ਹੋ ਸਕਦੀ ਹੈ। ਪਰ ਜਦੋਂ ਇੱਟਾਂ ਮਿਲ ਚੁੱਕੀਆਂ ਸੀ ਤਾਂ ਇੱਕ ਹਿੰਟ ਮਿਲ ਗਿਆ ਸੀ ਵੀ ਉਰੇ ਕੁਛ ਨਾ ਕੁਛ ਹੈਗਾ, ਪਹਿਲਾਂ ਤੋਂ ਕੁਛ ਨਾ ਕੁਛ ਪਹਿਲਾਂ ਐਗਜ਼ਿਸਟ ਕਰਦਾ ਸੀਗਾ। ਕੋਈ ਸ਼ਹਿਰ ਜਾਂ ਕੋਈ ਸਿਟੀ ਐਗਜ਼ਿਸਟ ਕਰਦੀ ਸੀ ਜੋ ਖੁਦਾਈ ਕਰਨ ਤੇ ਮਿਲ ਸਕਦੀ ਸੀ। ਫਿਰ ਕੀ ਹੋਇਆ, ਜਦੋਂ ਆਪਾਂ ਨੂੰ ਪਤਾ ਲੱਗਿਆ ਵੀ ਕੁਛ ਐਗਜ਼ਿਸਟ ਕਰਦਾ ਉਰੇ, ਫਿਰ ਕੀ ਹੋਇਆ 1921 ਦੇ ਵਿੱਚ। 1921 ਦੇ ਵਿੱਚ ਪਹਿਲੀ ਵਾਰੀ ਖੁਦਾਈ ਕੀਤੀ ਤੇ ਪਹਿਲੀ ਵਾਰੀ ਪਤਾ ਚੱਲਿਆ ਵੀ ਇੱਥੇ ਕੋਈ ਪੁਰਾਤਨ ਸਭਿਅਤਾ ਮੌਜੂਦ ਹੈ, ਕੋਈ ਪੁਰਾਤਨ ਸਭਿਅਤਾ ਮੌਜੂਦ ਹੈ। ਠੀਕ ਹੈ ਜੀ, ਜਿਹੜੀ 1921 ਦੀ ਖੁਦਾਈ ਕੀਤੀ, ਕਿਸੇ ਵੀ ਕੁਐਸਚਨ ਪੇਪਰ 'ਚ ਆਉਂਦਾ ਹੈ ਵੀ ਪਹਿਲੀ ਵਾਰੀ ਆਪਾਂ ਨੂੰ ਕਦੋਂ ਪਤਾ ਲੱਗਿਆ ਸੀਗਾ ਵੀ ਇੱਕ ਪੁਰਾਤਨ ਸਭਿਅਤਾ ਮੌਜੂਦ ਹੈ, ਤਾਂ 1921 ਦੇ ਵਿੱਚ। ਤੇ ਕਿਹਨੇ ਕੀਤੀ ਸੀਗੀ 1921 ਦੇ ਵਿੱਚ? ਦਇਆ ਰਾਮ ਸਾਹਨੀ ਨੇ। ਦਇਆ ਰਾਮ ਸਾਹਨੀ ਨੇ ਥੋੜੀ ਜਿਹੀ ਖੁਦਾਈ ਕਰਨ ਤੇ ਪਤਾ ਲੱਗਿਆ ਵੀ ਪੁਰਾਤਨ ਸਭਿਅਤਾ ਹੈ, ਤਾਂ ਦਇਆ ਰਾਮ ਸਾਹਨੀ ਨੇ ਪਹਿਲਾ ਸ਼ਹਿਰ ਹੜੱਪਾ ਫਾਈਂਡ ਕੀਤਾ ਸੀ। ਇਸੇ ਦੇ ਨਾਮ ਤੇ ਰੱਖਤਾ ਸੀ ਹੜੱਪਾ ਸਭਿਅਤਾ। ਅੱਜ ਹੜੱਪਾ ਕਿੱਥੇ ਹੈ? ਪਾਕਿਸਤਾਨ ਦੇ ਵਿੱਚ। ਅੱਜ ਹੜੱਪਾ ਪਾਕਿਸਤਾਨ ਦੇ ਵਿੱਚ ਹੈ। ਸੋ ਠੀਕ ਹੈ, ਇਹ ਪਾਕਿਸਤਾਨ ਦੇ ਵਿੱਚ ਹੈ ਅੱਜ ਹੜੱਪਾ। ਤਾਂ ਦਇਆ ਰਾਮ ਸਾਹਨੀ ਨੇ ਹੜੱਪਾ ਫਾਈਂਡ ਕੀਤਾ ਸੀਗਾ 1921 ਦੇ ਵਿੱਚ, ਤੇ ਇਸੇ ਦੇ ਉੱਪਰ ਇੱਕ ਸਭਿਅਤਾ ਦਾ ਨਾਮ ਰੱਖ ਦਿੱਤਾ ਗਿਆ ਸੀਗਾ ਹੜੱਪਾ ਸਭਿਅਤਾ। ਤੇ ਹੜੱਪਾ ਸਭਿਅਤਾ ਨੂੰ ਸਿੰਧੂ ਘਾਟੀ ਸਭਿਅਤਾ ਵੀ ਕਹਿੰਦੇ ਆ। ਸਿੰਧੂ ਘਾਟੀ ਸਭਿਅਤਾ ਕਿਉਂ ਕਹਿੰਦੇ ਆ? ਦੇਖੋ ਸਿੰਧੂ ਘਾਟੀ ਸਭਿਅਤਾ ਕਹਿਣ ਦਾ ਕਾਰਨ ਇਹ ਸੀਗਾ ਕਿਉਂਕਿ ਜਿਹੜੀ ਸਾਰੀ ਸਭਿਅਤਾ ਹੈ ਨਾ ਉਹ ਸਿੰਧੂ ਨਦੀ ਵਹਿੰਦੀ ਸੀਗੀ। ਸਿੰਧੂ ਨਦੀ ਵਹਿੰਦੀ ਸੀਗੀ। ਉਹ ਜਿਹੜੀ ਸਾਰੀ ਸਭਿਅਤਾ ਹੈ ਉਹ ਸਿੰਧੂ ਨਦੀ ਦੇ ਆਲੇ ਦੁਆਲੇ ਸੀਗੀ।
इस करके ਇਹਦਾ ਨਾਮ ਸਿੰਧੂ ਘਾਟੀ ਸਭਿਅਤਾ ਵੀ ਹੈ। ਦੋਨੋਂ ਨਾਮ ਇਹਦੇ ਹੈ। ਡੇਟ ਵੀ ਯਾਦ ਰੱਖਣੀ ਕਦੋਂ ਤੋਂ ਕਦ ਤੱਕ ਸੀਗੀ। ਤੇ 1921 ਦੇ ਵਿੱਚ ਪਹਿਲੀ ਵਾਰੀ ਖੁਦਾਈ ਕਰਕੇ ਪਹਿਲਾ ਸ਼ਹਿਰ ਹੜੱਪਾ ਲੱਭਿਆ ਸੀਗਾ ਦਇਆ ਰਾਮ ਸਾਹਣੀ ਨੇ। ਫਿਰ ਕੀ ਕੀਤਾ 1922 ਦੇ ਵਿੱਚ 1922 ਦੇ ਵਿੱਚ ਮੋਹਿੰਜੋ ਦਾੜੋ, ਠੀਕ ਹੈ ਜੀ। 1922 ਦੇ ਵਿੱਚ ਮੋਹਿੰਜੋ ਦਾੜੋ ਦੀ ਖੋਜ ਕੀਤੀ ਗਈ ਬਾਈ ਆਰ ਡੀ ਬਨਰਜੀ। ਇਹ ਪੇਪਰ ਦੇ ਵਿੱਚ ਆਉਂਦਾ ਕੁਐਸਚਨ, ਮੋਹਿੰਜੋ ਦਾੜੋ ਦੀ ਖੋਜ ਕਿਹਨੇ ਕੀਤੀ ਗਈ? ਤਾਂ ਆਰ ਡੀ ਬਨਰਜੀ ਦੁਆਰਾ ਖੋਜ ਕੀਤੀ ਗਈ ਸੀ ਮੋਹਿੰਜੋ ਦਾੜੋ ਦੀ, ਠੀਕ ਹੈ। ਧਿਆਨ ਰੱਖਣਾ ਹੈ ਇਹ 1922 ਦੇ ਵਿੱਚ ਕੀਤੀ ਗਈ 1 ਸਾਲ ਬਾਅਦ। ਸੋ ਇੱਥੋਂ ਦੀ ਆਪਾਂ ਨੂੰ ਇੱਕ ਸਮਝ ਆ ਗਈ ਸੀਗੀ ਵੀ ਕੁਝ ਨਾ ਕੁਝ ਪਹਿਲਾਂ ਤੋਂ ਐਗਜ਼ਿਸਟ ਕਰਦਾ ਹੈ, ਇੱਕ ਸਭਿਅਤਾ ਹੈਗੀ ਹੈ। ਇੱਥੋਂ ਦੀ ਆਪਾਂ ਨੂੰ ਸਭਿਅਤਾ ਦਾ ਪਤਾ ਲੱਗਣ ਲੱਗ ਗਿਆ ਸੀਗਾ। ਸੋ ਸਭਿਅਤਾ ਬਾਰੇ ਹੁਣ ਖੋਜ ਹੋਣੀ ਸ਼ੁਰੂ ਹੋ ਚੁੱਕੀ ਸੀਗੀ, ਠੀਕ ਹੈ ਜੀ। ਮੇਨ ਆੜੇ ਲੋਕ ਰਹਿੰਦੇ ਸੀ, ਇਹਨਾਂ ਦਾ ਕਿੱਤਾ ਕੀ ਸੀਗਾ, ਇਹ ਕਰਦੇ ਕੀ ਸੀਗੇ, ਵੀ ਰੋਟੀ ਪਾਣੀ ਖਾਂਦੇ ਕਿਸ ਤਰੀਕੇ ਨਾਲ ਸੀ? ਤਾਂ ਮੇਨ ਕਿੱਤਾ ਇਹਨਾਂ ਦਾ ਖੇਤੀ ਸੀਗਾ। ਤੁਸੀਂ ਧਿਆਨ ਰੱਖਣਾ ਮੇਨ ਕਿੱਤਾ ਇਹਨਾਂ ਦਾ ਖੇਤੀ ਸੀਗਾ। ਹੁਣ ਮੈਂ ਤੁਹਾਨੂੰ ਮੈਪ 'ਚ ਵੀ ਦਿਖਾ ਦੇਣਾ ਸਭਿਅਤਾ ਹੈ ਕਿੱਥੇ ਤੋਂ ਕਿੱਥੇ ਤੱਕ ਸੀਗੀ। ਦੇਖੋ ਆ ਹਿੰਦੁਸਤਾਨ ਦਾ ਮੈਪ ਹੈ, ਕੁਝ ਹਿੱਸਾ ਪੰਜਾਬ ਦਾ ਸੀਗਾ ਵਿੱਚ, ਠੀਕ ਹੈ ਜੀ, ਕੁਝ ਹਿਮਾਚਲ ਦਾ ਵੀ ਸੀਗਾ, ਉਸ ਟਾਈਮ ਹਿਮਾਚਲ ਨਹੀਂ ਸੀਗਾ। ਸੋ ਕੁਝ ਹਿੱਸਾ ਪੰਜਾਬ ਦਾ ਸੀਗਾ, ਕੁਝ ਰਾਜਸਥਾਨ ਦਾ, ਕੁਝ ਗੁਜਰਾਤ ਦਾ ਤੇ ਕਾਫੀ ਸਾਰਾ ਹਿੱਸਾ ਪਾਕਿਸਤਾਨ ਦਾ, ਠੀਕ ਹੈ ਜੀ। ਅੱਜ ਮੋਹਿੰਜੋ ਦਾੜੋ ਤੇ ਹੜੱਪਾ ਦੋਵੇਂ ਸ਼ਹਿਰ ਪਾਕਿਸਤਾਨ ਦੇ ਵਿੱਚ ਨੇ। ਸੋ ਕੁਝ ਹਿੱਸਾ ਪਾਕਿਸਤਾਨ ਦਾ, ਕੁਝ ਅਫਗਾਨਿਸਤਾਨ ਦਾ ਵੀ ਹਿੱਸਾ ਸੀਗਾ ਉਰੇ, ਅਫਗਾਨਿਸਤਾਨ ਦਾ, ਪਾਕਿਸਤਾਨ ਦਾ, ਇੱਥੋਂ ਦੀ ਰਾਜਸਥਾਨ, ਗੁਜਰਾਤ, ਕਾਫੀ ਸਾਰੇ ਪ੍ਰਾਂਤਾਂ ਦਾ ਹਿੱਸਾ ਬਣੀ ਵੀ ਸੀਗੀ। ਇਹ ਸਭਿਅਤਾ ਲਗਭਗ ਇੱਥੋਂ ਕਵਰ ਕਰਦੀ ਸੀ ਪੂਰਾ ਨਾਰਥ ਇੰਡੀਆ ਨੂੰ, ਉੱਤਰੀ ਭਾਰਤ ਦੇ ਵਿੱਚ ਸੀਗੀ ਸਭਿਅਤਾ। ਤੇ ਭਾਰਤ ਦੀ ਸਭ ਤੋਂ ਪੁਰਾਣੀ ਸਭਿਅਤਾ ਵੀ ਇਹਨੂੰ ਕਿਹਾ ਜਾਂਦਾ ਹੈ, ਭਾਰਤ ਦੀ ਸਭ ਤੋਂ ਪੁਰਾਣੀ ਸਭਿਅਤਾ ਸਿੰਧੂ ਘਾਟੀ ਸਭਿਅਤਾ ਜਾਂ ਹੜੱਪਾ ਸਭਿਅਤਾ, ਦੋਵੇਂ ਇੱਕੋ ਹੀ ਹੈ। ਸੋ ਇਹ ਚੀਜ਼ ਕਵਰ, ਇਹ ਪਾਰਟ ਏਰੀਆ ਕਵਰ ਕਰਦੀ ਸੀਗੀ। ਸਭਿਅਤਾ ਦੇ ਬਾਰੇ ਤੁਸੀਂ ਕੁਝ ਜਾਣ ਲਿਆ ਹੋਊਗਾ। ਸਭਿਅਤਾ ਕੀ ਹੁੰਦੀ ਹੈ? ਜਿਹਦੇ ਵਿੱਚ ਇੱਕ ਲੋਕ ਪਸਾਰਾ ਹੁੰਦਾ ਹੈ, ਜੋ ਲੋਕ ਇਕੱਠੇ ਹੋ ਕੇ ਰਹਿੰਦੇ ਆ। ਤੇ ਮੇਨ ਕਿੱਤਾ ਇਹਨਾਂ ਦਾ ਖੇਤੀ ਸੀਗਾ, ਖੇਤੀਬਾੜੀ ਕਰਦੇ ਸੀਗੇ, ਠੀਕ ਹੈ ਜੀ, ਖੇਤੀਬਾੜੀ ਕਰਦੇ ਸੀਗੇ। ਸੋ ਇਹਦੇ ਵਿੱਚ ਪਹਿਲਾਂ ਦੋ ਸਿਟੀਆਂ ਪੜੀਆਂ, ਹੜੱਪਾ ਦੇ ਨਾਮ ਤੇ ਹੀ ਪਹਿਲਾ ਸ਼ਹਿਰ ਸੀਗਾ ਜਿਹੜਾ, ਹੜੱਪਾ ਦੇ ਨਾਮ ਤੇ ਹੀ ਇਹਦਾ ਨਾਮ ਰੱਖ ਦਿੱਤਾ ਗਿਆ ਪਹਿਲੇ ਸ਼ਹਿਰ ਤੇ। ਹੜੱਪਾ ਦੀ ਖੋਜ ਦਇਆ ਰਾਮ ਸਾਹਣੀ ਨੇ ਕੀਤੀ ਸੀਗੀ। ਫਿਰ 1922 ਚ ਮੋਹਿੰਜੋ ਦਾੜੋ ਦੀ ਖੋਜ ਕੀਤੀ ਗਈ ਜਿਹੜੀ ਆਰ ਡੀ ਬਨਰਜੀ ਨੇ ਕੀਤੀ ਸੀ। ਸਿੰਧੂ ਘਾਟੀ ਸਭਿਅਤਾ ਤਾਂ ਕਿਹਾ ਜਾਂਦਾ ਸੀਗਾ ਕਿਉਂਕਿ ਸਾਰੀ ਸਭਿਅਤਾ ਸਿੰਧੂ ਨਦੀ ਦੇ ਆਲੇ ਦੁਆਲੇ ਸੀਗੀ। ਉਹਦੇ ਸਿੰਧੂ ਨਦੀ ਵਹਿੰਦੀ ਹੈ, ਉਹਦੇ ਆਲੇ ਦੁਆਲੇ ਸਾਰੀ ਸਭਿਅਤਾ ਸੀਗੀ, ਇਸ ਕਰਕੇ ਇਹਦਾ ਨਾਮ ਸੀਗਾ ਸਿੰਧੂ ਘਾਟੀ ਸਭਿਅਤਾ। ਧਿਆਨ ਰੱਖਣਾ, ਮੈਂ ਮੈਪ 'ਚ ਵੀ ਦੱਸਤਾ, ਤੁਹਾਨੂੰ ਪਤਾ ਲੱਗ ਜੂਗਾ, ਤੁਹਾਨੂੰ ਇਹਨਾਂ ਆਈਡੀਆ ਮਿਲ ਜੂਗਾ। ਮੈਪ ਬਣਾਉਣ ਦਾ ਇਹੀ ਕੰਮ ਸੀਗਾ ਵੀ ਇਹ ਸਭਿਅਤਾ ਕਿੱਥੇ ਤੋਂ ਕਿੱਥੇ ਤੱਕ ਫੈਲੀ ਹੋਈ ਸੀਗੀ। ਤੁਹਾਨੂੰ ਇੱਥੋਂ ਦੀ ਇੱਕ ਆਈਡੀਆ ਮਿਲ ਜੂਗਾ ਵੀ ਇਹ ਸਭਿਅਤਾ ਕਿੱਥੇ ਤੋਂ ਕਿੱਥੇ ਤੱਕ ਫੈਲੀ ਹੋਈ ਸੀਗੀ, ਠੀਕ ਹੈ ਜੀ। ਬਾਕੀ ਇਹ ਜਿਹੜੀ ਸਭਿਅਤਾ ਸੀਗੀ ਕਾਫੀ ਵਧੀਆ ਸੀਗੀ, ਜਿਹੜੀ ਇੱਟਾਂ ਸੀਗੀਆਂ ਕਾਫੀ ਵਧੀਆ ਤਰੀਕੇ ਬਣਾਈਆਂ ਜਾਂਦੀਆਂ ਸੀਗੀਆਂ, ਵੀ ਇਹ ਲੋਕ ਕਾਫੀ ਡਿਵੈਲਪਡ ਲੋਕੀ ਸੀਗੇ, ਕਾਫੀ ਜਾਣਦੇ ਸੀ ਚੀਜ਼ਾਂ ਬਾਰੇ। ਇੱਕ ਚੀਜ਼ ਯਾਦ ਰੱਖਿਓ, ਜਿਹੜੇ ਸਿੰਧੂ ਘਾਟੀ ਦੇ ਲੋਕ ਸੀ ਨਾ, ਜਾਂ ਸਿੰਧੂ ਘਾਟੀ ਸਭਿਅਤਾ ਦੇ ਲੋਕ ਸੀਗੇ, ਉਹਨਾਂ ਨੂੰ ਆਇਰਨ ਯਾਨੀ ਕਿ ਲੋਹੇ ਬਾਰੇ ਨਹੀਂ ਪਤਾ ਸੀਗਾ। ਪੇਪਰ 'ਚ ਕੁਐਸਚਨ ਆਉਂਦਾ ਹੈ ਵੀ ਉਹਨਾਂ ਨੂੰ ਕਿਹੜੀ ਚੀਜ਼ ਬਾਰੇ, ਕਿਹੜੇ ਧਾਤ ਬਾਰੇ ਨਹੀਂ ਪਤਾ ਸੀਗਾ। ਤਾਂ ਆਇਰਨ ਬਾਰੇ, ਲੋਹੇ ਬਾਰੇ ਨਹੀਂ ਪਤਾ ਸੀਗਾ, ਉਹਨਾਂ ਨੂੰ ਲੋਹੇ ਬਾਰੇ ਨਹੀਂ ਪਤਾ ਸੀਗਾ। ਲੋਹੇ ਬਾਰੇ ਉਹਨਾਂ ਨੂੰ ਨਹੀਂ ਪਤਾ ਸੀ ਲੋਹਾ ਕੀ ਹੁੰਦਾ ਹੈ, ਉਸ ਟਾਈਮ ਉਹਨਾਂ ਨੂੰ ਲੋਹੇ ਬਾਰੇ ਨਹੀਂ ਪਤਾ ਸੀਗਾ, ਠੀਕ ਹੈ ਜੀ। ਧਿਆਨ ਰੱਖਣਾ, ਲੋਹੇ ਬਾਰੇ ਉਹ ਨਹੀਂ ਜਾਣਦੇ ਸੀਗੇ। ਇੱਕ ਹੋਰ ਗੱਲ, ਰੂੰ ਯਾਨੀ ਕਾਟਨ, ਜਿਹੜਾ ਆਪਾਂ ਕਾਟਨ ਵਰਤਦੇ ਹਾਂ, ਸਭ ਤੋਂ ਪਹਿਲੀ ਵਾਰੀ ਖੋਜ ਕਿਹਨੇ ਕੀਤੀ ਸੀ? ਤਾਂ ਸਿੰਧੂ ਘਾਟੀ ਦੇ ਲੋਕਾਂ ਨੇ ਸਭ ਤੋਂ ਪਹਿਲਾਂ ਰੂੰ ਵਰਤਿਆ ਸੀਗਾ। ਜਿਹੜਾ ਰੂੰ ਹੈ ਸਭ ਤੋਂ ਪਹਿਲੇ ਉਹਦੀ ਖੋਜ ਵੀ ਸਿੰਧੂ ਘਾਟੀ ਦੇ ਲੋਕਾਂ ਨੇ ਕੀਤੀ ਸੀਗੀ। ਤਾਂ ਇਹ ਕੁਝ ਕੁਐਸਚਨ ਨੇ, ਬਾਕੀ ਆਪਾਂ ਇਹਨਾਂ ਦੇ ਉੱਪਰ ਹੁਣ 10-12 ਕੁਐਸਚਨ ਦੇਖਾਂਗੇ ਸਿੰਧੂ ਘਾਟੀ ਸਭਿਅਤਾ ਦੇ ਉੱਪਰ, ਸਿੰਧੂ ਘਾਟੀ ਦੇ ਉੱਪਰ। ਸੋ ਦੋ ਤਿੰਨ ਚੀਜ਼ਾਂ ਧਿਆਨ ਰੱਖਣੀਆਂ ਵੀ ਲੋਹਾ ਉਹਨਾਂ ਨੂੰ ਨਹੀਂ ਪਤਾ ਸੀਗਾ ਤੇ ਰੂਹ ਦੀ ਖੋਜ ਉਹਨਾਂ ਨੇ ਕੀਤੀ ਸੀਗੀ। ਬਾਕੀ ਮੈਂ ਤੁਹਾਨੂੰ ਥੋੜਾ ਜਿਹਾ ਤੁਹਾਨੂੰ ਇਤਿਹਾਸ ਦੱਸਦਾ, ਤੁਹਾਨੂੰ ਦੱਸਦਾ ਵੀ ਕਿੱਥੋਂ ਦੀ ਕਿੱਥੇ ਤੱਕ ਸੀਗੀ, ਤਾਂ ਧਿਆਨ ਰੱਖਿਓ। ਬਾਕੀ ਹੁਣ ਆਪਾਂ ਅੱਗੇ ਅਗਲੀ ਸਲਾਈਡ ਦੇ ਵਿੱਚ ਕੁਝ ਕੁਐਸਚਨ ਦੇਖਾਂਗੇ ਜੋ ਸਿੰਧੂ ਘਾਟੀ ਸਭਿਅਤਾ ਜਾਂ ਹੜੱਪਾ ਸਭਿਅਤਾ ਤੋਂ ਪੇਪਰ ਦੇ ਵਿੱਚ ਆਉਂਦੇ ਨੇ। ਬਾਕੀ ਤੁਸੀਂ ਇਸ ਨੂੰ ਬਾਰ-ਬਾਰ ਰਿਵਾਈਜ਼ ਕਰੀ ਜਾਓ, ਇਹਦੇ ਨਾਲ ਤੁਹਾਡੇ ਕਾਂਸਟੇਬਲ ਲਈ ਬਹੁਤ ਇੰਪੋਰਟੈਂਟ ਚੀਜ਼ਾਂ ਨੇ। ਸਿੱਧਾ ਕੁਐਸਚਨ ਆ ਜਾਂਦਾ ਵੀ ਕਿਹੜੀ ਚੀਜ਼, ਕਿਹੜਾ ਧਾਤ ਨਹੀਂ ਪਤਾ ਸੀ, ਤਾਂ ਲੋਹਾ ਨਹੀਂ ਪਤਾ ਸੀ, ਕਿਹਦੀ ਖੋਜ ਕੀਤੀ ਸੀ? ਰੂਹ ਦੀ ਕੀਤੀ ਸੀਗੀ, ਠੀਕ ਹੈ ਜੀ। ਇਹ ਲੋਕ ਪਸ਼ੂ ਪਾਲਣ ਵੀ ਕਰਦੇ ਸੀਗੇ, ਪਸ਼ੂਆਂ ਨੂੰ ਪਾਲਦੇ ਸੀਗੇ। ਇੱਕ ਕੁਐਸਚਨ ਪੇਪਰ ਦੇ ਵਿੱਚ ਆ ਜਾਂਦਾ, ਸਭ ਤੋਂ ਪਹਿਲਾਂ ਕਿਹੜੀ ਚੀਜ਼ ਪਾਲੀ ਗਈ ਸੀ? ਇਨਸਾਨ ਦੁਆਰਾ ਸਭ ਤੋਂ ਪਹਿਲਾਂ ਕਿਹੜੀ ਚੀਜ਼ ਪਾਲੀ ਗਈ ਸੀ? ਤਾਂ ਕੁੱਤਾ ਪਾਲਿਆ ਗਿਆ ਸੀਗਾ। ਸਭ ਤੋਂ ਪਹਿਲੀ ਚੀਜ਼ ਜਿਹੜੀ ਪਾਲੀ ਗਈ ਸੀ ਇਨਸਾਨ ਦੁਆਰਾ ਤਾਂ ਕੁੱਤਾ ਸੀਗਾ। ਧਿਆਨ ਰੱਖਿਓ, ਕੁੱਤਾ ਸਭ ਤੋਂ ਪਹਿਲੀ ਵਾਰੀ ਇਨਸਾਨ ਦੁਆਰਾ ਪਾਲਿਆ ਗਿਆ ਸੀਗਾ। ਇਹ ਚੀਜ਼ਾਂ ਦਾ ਧਿਆਨ ਰੱਖਣਾ। ਹੁਣ ਮੈਂ ਅਗਲੀ ਸਲਾਈਡ ਤੇ ਕੁਝ ਕੁਐਸਚਨ ਲਗਾਉਣ ਜਾ ਰਿਹਾ ਹਾਂ। ਹੁਣ ਆਪਾਂ ਕੁਝ ਕੁਐਸਚਨ ਦੇਖਾਂਗੇ ਇਹਦੇ ਉੱਪਰ। तो सब तो पहला क्वेश्चन मैं देखने जा रहा जी, भारत की सब तो पुरातन सभ्यता का नाम दसो। पेपर से सीधा क्वेश्चन रहता है, भारत की सब तो पुरानी सभ्यता का नाम दसो। सो इसका आंसर पूछ रहे जी, पहला ऑप्शन है जी हिंदी सभ्यता, दूजा है जी हड़प्पा सभ्यता। इसका आंसर हो जाएगा जी बी, हड़प्पा सभ्यता सब तो पुरानी सभ्यता सी।
ਦੂਜਾ ਕੁਐਸਚਨ, ਕਿਸ ਹੜੱਪਾ ਸਥਾਨ ਤੋਂ ਇੱਕ ਉન્નਤ ਜਲ ਪ੍ਰਣਾਲੀ। ਦੇਖੋ ਇੱਕ ਗੱਲ ਸਮਝੋ, ਜਿਹੜੇ ਲੋਕ ਸੀ ਨਾ ਕਾਫੀ ਡਿਵੈਲਪ ਸੀਗੇ, ਯਾਨੀ ਕਾਫੀ ਕੁਛ ਇਹਨਾਂ ਨੂੰ ਪਤਾ ਸੀਗਾ, ਕਾਫੀ ਡਿਵੈਲਪਡ ਲੋਕੀ ਸੀ, ਕਾਫੀ ਕੁਛ ਇਹਨਾਂ ਨੂੰ ਆਉਂਦਾ ਸੀਗਾ। ਤਾਂ ਜਿਹੜੀ ਜਲ ਪ੍ਰਣਾਲੀ ਸੀ ਨਾ ਉਹ ਕਾਫੀ ਵਧੀਆ ਜਲ ਪ੍ਰਣਾਲੀ ਸੀਗੀ, ਵੀ ਡਰੇਨੇਜ ਸਿਸਟਮ ਕਹਿੰਦੇ ਇਹਨੂੰ, ਵੀ ਜਲ ਪ੍ਰਣਾਲੀ। ਦੇਖੋ ਜਿਹੜੇ ਅੱਜ ਕੱਲ੍ਹ ਵੀ ਸੀਵਰੇਜ ਭਰ ਜਾਂਦੇ ਆ, ਪਰ ਇਹਨਾਂ ਦੀ ਜਲ ਪ੍ਰਣਾਲੀ ਦਾ ਸਿਸਟਮ ਕਾਫੀ ਵਧੀਆ ਮੰਨਿਆ ਗਿਆ ਸੀਗਾ। ਤਾਂ ਜਲ ਪ੍ਰਣਾਲੀ ਦਾ ਸਿਸਟਮ ਕਿੱਥੋਂ ਲੱਭਿਆ ਸੀਗਾ? ਪਹਿਲਾ ਆਪਸ਼ਨ ਹੈਗਾ ਧੋਲਾਵੀਰਾ, ਦੂਜਾ ਹੈਗਾ ਲੋਥਲ। ਪਹਿਲਾ ਹੈਗਾ ਧੋਲਾਵੀਰਾ, ਦੂਜਾ ਹੈਗਾ ਲੋਥਲ, ਤੇ ਇਹਦਾ ਆਨਸਰ ਹੋ ਜਾਊਗਾ ਧੋਲਾਵੀਰਾ। ਯਾਦ ਰੱਖਿਓ ਇਹਨਾਂ ਕੋਲ ਜਿਹੜਾ ਡਰੇਨੇਜ ਸਿਸਟਮ ਸੀਗਾ, ਪ੍ਰਣਾਲੀ ਸੀਗੀ, ਸਭ ਤੋਂ ਵਧੀਆ ਪ੍ਰਣਾਲੀ ਮੰਨੀ ਜਾਂਦੀ ਹੈ ਇਹਨਾਂ ਦੀ, ਬਹੁਤ ਵਧੀਆ ਪ੍ਰਣਾਲੀ ਸੀਗੀ ਇਹਨਾਂ ਕੋਲ, ਜਲ ਨੂੰ ਇੱਧਰ ਉੱਧਰ ਕਰਨ ਲਈ ਬਹੁਤ ਵਧੀਆ ਪ੍ਰਣਾਲੀ ਸੀ ਸਿੰਧੂ ਘਾਟੀ ਦੇ ਲੋਕਾਂ ਕੋਲ। ਤੀਜਾ ਕੁਐਸਚਨ ਜੀ, ਸਿੰਧੂ ਘਾਟੀ ਸਭਿਅਤਾ ਦੇ ਲੋਕਾਂ ਦਾ ਮੁੱਖ ਕਿੱਤਾ ਕੀ ਸੀਗਾ? ਪੇਪਰ ਦੇ ਵਿੱਚ ਕੁਐਸਚਨ ਬਾਰ-ਬਾਰ ਰਿਪੀਟ ਹੁੰਦਾ ਦੇਖਿਆ ਜੀ, ਵੀ ਉਹ ਵਪਾਰ ਕਰਦੇ ਸੀ ਜਾਂ ਖੇਤੀ ਕਰਦੇ ਸੀਗੇ। ਬੀ ਆਪਸ਼ਨ ਹੈਗਾ ਵਪਾਰ, ਏ ਹੈਗਾ ਖੇਤੀ, ਤਾਂ ਇਹਦਾ ਆਨਸਰ ਹੋ ਜਾਊਗਾ ਜੀ ਖੇਤੀ। ਮੁੱਖ ਕਿੱਤਾ ਉਹਨਾਂ ਦਾ ਖੇਤੀ ਸੀਗਾ, ਉਹ ਖੇਤੀ ਕਰਕੇ ਆਪਣੇ ਘਰਾਂ ਨੂੰ ਚਲਾਉਂਦੇ ਸੀਗੇ। ਤਾਂ ਇਹ ਧਿਆਨ ਰੱਖਣਾ ਹੈ, ਵਪਾਰ ਜਾਂ ਖੇਤੀ ਤੋਂ ਖੇਤੀ ਟਿਕ ਲਾਉਣਾ ਸੀ, ਠੀਕ ਹੈ ਜੀ। ਬਾਕੀ ਉਹ ਕਾਫੀ ਜਾਨਵਰ ਵੀ ਪਾਲਦੇ ਸੀਗੇ, ਖੇਤੀ ਕਰਦੇ ਸੀ, ਜਾਨਵਰਾਂ ਦਾ ਉਹ ਕਰਦੇ ਸੀਗੇ, ਠੀਕ ਹੈ, ਜਾਨਵਰ ਰੱਖੇ ਹੋਏ ਸੀਗੇ, ਤਾਂ ਮੁੱਖ ਕਿੱਤਾ ਖੇਤੀ ਹੀ ਸੀਗਾ ਉਹਨਾਂ ਦਾ। ਚੌਥਾ ਕੁਐਸਚਨ ਪੜ੍ਹਨ ਜਾ ਰਹੇ ਜੀ, ਸਿੰਧੂ ਘਾਟੀ ਸਭਿਅਤਾ ਜਾਂ ਹੜੱਪਾ ਸਭਿਅਤਾ ਦੀ ਖੋਜ ਕਦੋਂ ਕੀਤੀ ਗਈ? ਸਿੰਧੂ ਘਾਟੀ ਸਭਿਅਤਾ ਜਾਂ ਹੜੱਪਾ ਸਭਿਅਤਾ ਦੀ ਖੋਜ ਕਦੋਂ ਕੀਤੀ ਗਈ ਸੀਗੀ? 1922 ਚ ਕਿ 1921 ਚ? ਦੇਖੋ ਜੀ 1921 ਬਿਲਕੁਲ ਸਹੀ ਆਨਸਰ ਹੋਊਗਾ ਇਹਦਾ। 1922 ਦੇ ਵਿੱਚ ਤਾਂ ਮੋਹਿੰਜੋਦਾੜੋ ਕੀਤਾ ਗਿਆ ਸੀਗਾ। ਸਭ ਤੋਂ ਪਹਿਲਾ ਸ਼ਹਿਰ ਕਿਹੜਾ ਸੀ? ਹੜੱਪਾ। ਉਹਦੇ ਉੱਪਰ ਇਹਦਾ ਨਾਮ ਰੱਖਤਾ ਸੀ ਹੜੱਪਾ ਸਭਿਅਤਾ, ਠੀਕ ਹੈ ਜੀ। ਸਿੰਧੂ ਸਭਿਅਤਾ ਤਾਂ ਰੱਖਿਆ ਸੀ ਕਿਉਂਕਿ ਇਹ ਸਿੰਧੂ ਨਦੀ ਦੇ ਆਲੇ ਦੁਆਲੇ ਸੀਗੀ, ਠੀਕ ਹੈ ਜੀ। ਪੰਜਵਾਂ ਕੁਐਸਚਨ ਦੇਖਣ ਜਾ ਰਹੇ ਹਾਂ ਜੀ, ਇਸ ਸਭਿਅਤਾ ਦਾ ਸਭ ਤੋਂ ਵੱਡਾ ਸ਼ਹਿਰ ਕਿਹੜਾ ਸੀਗਾ? ਪੇਪਰ ਦੇ ਕੁਐਸਚਨ ਵੀ ਕਾਫੀ ਵਾਰ ਪੁੱਛਿਆ ਜਾਂਦਾ ਕਿ ਸਭ ਤੋਂ ਵੱਡਾ ਸ਼ਹਿਰ ਕਿਹੜਾ ਸੀ, ਸਭ ਤੋਂ ਵੱਡਾ ਸਥਾਨ ਕਿਹੜਾ ਸੀਗਾ ਸਭਿਅਤਾ ਦਾ? ਤਾਂ ਪਹਿਲਾ ਆਪਸ਼ਨ ਹੈਗਾ ਜੀ ਲੋਥਲ, ਦੂਜਾ ਹੈਗਾ ਜੀ ਰਾਖੀਗੜ੍ਹੀ। ਤਾਂ ਰਾਖੀਗੜ੍ਹ ਜਿਹੜਾ ਨਾ, ਰਾਖੀਗੜ੍ਹ ਸਭ ਤੋਂ ਵੱਡਾ ਸ਼ਹਿਰ ਸੀਗਾ, ਠੀਕ ਹੈ ਜੀ। ਰਾਖੀਗੜ੍ਹ ਸਭ ਤੋਂ ਵੱਡਾ ਸ਼ਹਿਰ ਸੀਗਾ, ਧਿਆਨ ਰੱਖਣਾ ਹੈ। ਰਾਖੀਗੜ੍ਹ ਜਿਹੜਾ ਸਭ ਤੋਂ ਵੱਡਾ ਸ਼ਹਿਰ ਸੀਗਾ। ਹੁਣ ਕੀ ਕਰੋ ਤੁਸੀਂ, ਕੁਝ ਸ਼ਹਿਰਾਂ ਦੇ ਨਾਮ ਨੋਟ ਕਰ ਲਓ, ਕੁਝ ਸ਼ਹਿਰਾਂ ਦੇ ਇੰਪੋਰਟੈਂਟ ਨਾਮ ਨੋਟ ਕਰ ਲਓ। ਸਭ ਤੋਂ ਪਹਿਲਾਂ ਤਾਂ ਹੜੱਪਾ ਜੀ, ਸਭ ਤੋਂ ਪਹਿਲਾ ਸ਼ਹਿਰ, ਫਿਰ ਮੋਹਿੰਜੋਦਾੜੋ ਜੀ। ਅੱਛਾ, ਮੋਹਿੰਜੋਦਾੜੋ ਨਾਲ ਕੀ ਯਾਦ ਰੱਖਿਓ, ਜਿਹੜਾ ਵੀ ਕੁਐਸਚਨ ਆ ਜਾਵੇ, ਦਾ ਗ੍ਰੇਟ ਗ੍ਰੈਨਰੀ, ਦਾ ਗ੍ਰੇਟ ਬਾਥ, ਯਾਨੀ ਸਭ ਤੋਂ ਵੱਡਾ ਪੁੱਲ, ਜਿਹੜਾ ਵੀ ਗ੍ਰੇਟ ਹੈ ਜਿਹੜਾ ਪੇਪਰ ਦੇ ਕੁਐਸਚਨ ਗ੍ਰੇਟ ਵਾਲਾ ਆ ਜੇ, ਮੋਹਿੰਜੋਦਾੜੋ ਆਨਸਰ ਕਰ ਦਿਓ ਵੀ ਗ੍ਰੇਟ ਗ੍ਰੈਨਰੀ ਕਿੱਥੋਂ ਮਿਲੀ ਸੀ, ਗ੍ਰੇਟ ਪੂਲ ਜਾਂ ਗ੍ਰੇਟ ਬਾਥ ਕਿੱਥੋਂ ਮਿਲਿਆ ਸੀ। ਜਿੱਥੇ ਵੀ ਗ੍ਰੇਟ ਦਿਖ ਜੇ ਆਨਸਰ ਮੋਹਿੰਜੋਦਾੜੋ ਕਰ ਦਿਓ, ਵੀ ਗ੍ਰੇਟ ਬਾਥ, ਗ੍ਰੇਟ ਗ੍ਰੈਨਰੀ, ਜੋ ਵੀ ਗ੍ਰੇਟ ਆਉਂਦਾ ਉਹ ਗ੍ਰੇਟ ਦਾ ਆਨਸਰ ਸਿੱਧਾ ਮੋਹਿੰਜੋਦਾੜੋ ਕਰ ਦਿਓ, ਆਨਸਰ ਠੀਕ ਹੋ ਜਾਊਗਾ। ਦੇਖੋ ਲੋਥਲ ਇੱਕ ਬੰਦਰਗਾਹ ਸੀਗਾ, ਲੋਥਲ ਇੱਕ ਬੰਦਰਗਾਹ ਕਿਹਨੂੰ ਕਹਿੰਦੇ ਆ? ਪੋਰਟ ਸਿਟੀ, ਯਾਨੀ ਜਿੱਥੋਂ ਦੀ ਸਮੁੰਦਰੀ ਵਪਾਰ ਹੁੰਦਾ ਨਾ ਉਹਨੂੰ ਕਹਿੰਦੇ ਪੋਰਟ ਸਿਟੀ ਜਾਂ ਬੰਦਰਗਾਹ। ਸੋ ਧਿਆਨ ਰੱਖਿਓ, ਲੋਥਲ ਇੱਕ ਬੰਦਰਗਾਹ ਸੀਗਾ। ਲੋਥਲ ਕਿੱਥੇ ਸੀਗਾ? ਗੁਜਰਾਤ 'ਚ ਸੀਗਾ, ਇਹ ਵੀ ਧਿਆਨ ਰੱਖ ਲਿਓ, ਲੋਥਲ ਗੁਜਰਾਤ 'ਚ ਸੀਗਾ, ਠੀਕ ਹੈ ਜੀ। ਮੋਹਿੰਜੋਦਾੜੋ ਤੇ ਹੜੱਪਾ ਪਾਕਿਸਤਾਨ ਵਿੱਚ ਨੇ ਅੱਜ, ਠੀਕ ਹੈ ਜੀ। ਉਸ ਤੋਂ ਬਾਅਦ ਕਾਲੀਬੰਗਾ ਜਿਹੜੀ ਹੈ ਨਾ, ਇਹ ਵੀ ਸਿਟੀ ਬਹੁਤ ਇੰਪੋਰਟੈਂਟ ਸੀ, ਯਾਦ ਰੱਖਿਓ ਕਾਲੀਬੰਗਾ। ਉਸ ਤੋਂ ਬਾਅਦ ਰਾਖੀਗੜ੍ਹ ਤੋਂ ਪੜ੍ਹ ਲਿਆ ਵੀ ਸਭ ਤੋਂ ਵੱਡਾ ਸ਼ਹਿਰ ਸੀਗਾ, ਸਭ ਤੋਂ ਵੱਡਾ ਸ਼ਹਿਰ ਜਿਹੜਾ ਨਾ ਰਾਖੀਗੜ੍ਹ ਸੀਗਾ। ਐਂਡ ਬਚਿਆ ਜੀ ਧੋਲਾਵੀਰਾ, ਠੀਕ ਹੈ ਜੀ। ਧੋਲਾਵੀਰਾ ਵੀ ਗੁਜਰਾਤ 'ਚ ਸੀਗੀ। ਸੋ ਧਿਆਨ ਰੱਖਿਓ, ਇਹ ਕਾਫੀ ਫਾਇਦਾ ਪਿਆ ਸੀਗਾ, ਤੇ ਧਿਆਨ ਰੱਖਿਓ ਕੁਝ ਸ਼ਹਿਰਾਂ ਦੇ ਨਾਮ ਇੰਪੋਰਟੈਂਟ ਜਿਹੜੇ ਨੋਟ ਕਰ ਲਿਓ। ਲੋਥਲ ਇੱਕ ਜਿਹੜੀ ਬੰਦਰਗਾਹ ਸੀਗਾ, ਗ੍ਰੇਟ ਕੋਈ ਵੀ ਆ ਜਾਏ ਤਾਂ ਸਿੱਧਾ ਮੋਹਿੰਜੋਦਾੜੋ ਆਨਸਰ ਕਰ ਦਿਓ। ਇਹ ਪੇਪਰ ਦੇ ਵਿੱਚ ਕੁਐਸਚਨ ਪੁੱਛੇ ਜਾਂਦੇ ਆ, ਤਾਂ ਹੀ ਮੈਂ ਕੁਐਸਚਨ ਜਿਹੜੇ ਆ ਸ਼ਹਿਰਾਂ ਦੇ ਨਾਮ ਵੀ ਤੁਹਾਨੂੰ ਇੱਕ ਵਾਰੀ ਲਿਖਾਤੇ ਆ, ਤੁਹਾਨੂੰ ਕੋਈ ਦਿੱਕਤ ਨਾ ਆਵੇ ਪੇਪਰ ਦੇ ਵਿੱਚ। ਸੋ ਮੈਂ ਕੁਝ ਕੁਐਸਚਨ ਹੋਰ ਲਗਾਉਣ ਜਾ ਰਿਹਾ ਜੀ ਅਗਲੀ ਸਲਾਈਡ ਤੇ। ਸੋ ਕੁਝ ਕੁਐਸਚਨ ਹੋਰ ਦੇਖਣ ਜਾ ਰਹੇ ਹਾਂ ਜੀ, ਜਿਵੇਂ ਕਿ ਹੜੱਪਾ ਸਭਿਅਤਾ ਦੇ ਲੋਕ ਕਿਹੜੀ ਧਾਤ, ਹੜੱਪਾ ਸਭਿਅਤਾ ਦੇ ਲੋਕਾਂ ਨੂੰ ਕਿਹੜੀ ਧਾਤ ਬਾਰੇ ਨਹੀਂ ਪਤਾ ਸੀਗਾ? ਪਹਿਲਾ ਆਪਸ਼ਨ ਹੈ ਜੀ ਲੋਹਾ, ਬੀ ਆਪਸ਼ਨ ਹੈ ਤਾਂਬਾ। ਉਹਨਾਂ ਨੂੰ ਕਿਹੜੀ ਧਾਤ ਯਾਨੀ ਕਿਹੜਾ ਮੈਟਲ ਜਿਹੜਾ ਪਤਾ ਹੀ ਨਹੀਂ ਸੀਗਾ? ਪਹਿਲਾ ਆਪਸ਼ਨ ਲੋਹਾ, ਦੂਜਾ ਤਾਂਬਾ, ਤੇ ਇਹਦਾ ਆਨਸਰ ਹੋ ਜਾਊਗਾ ਜੀ ਲੋਹਾ। ਉਹ ਲੋਹੇ ਬਾਰੇ ਜਾਣਦੇ ਨਹੀਂ ਸੀ ਵੀ ਲੋਹਾ ਹੈ ਕੀ, ਲੋਹੇ ਬਾਰੇ ਉਹਨਾਂ ਨੂੰ ਬਿਲਕੁਲ ਨਹੀਂ ਪਤਾ ਸੀਗਾ। ਸੋ ਕੁਐਸਚਨ ਜੋ ਕਾਫੀ ਵਾਰ ਰਿਪੀਟ ਹੁੰਦਾ ਹੈ, ਧਿਆਨ ਨਾਲ ਨੋਟ ਕਰ ਲਿਓ ਇਹਨੂੰ। ਮੋਹਿੰਜੋਦਾੜੋ ਦਾ ਅਰਥ ਕੀ ਹੈ? ਪੇਪਰ 'ਚ ਇਹ ਕੁਛ ਨਹੀਂ ਬਹੁਤ ਆਉਂਦਾ ਵੀ ਮੋਹਿੰਜੋਦਾੜੋ ਦਾ ਦੂਜਾ ਨਾਮ ਕੀ ਹੈ ਤੇ ਮੋਹਿੰਜੋਦਾੜੋ ਦਾ ਅਰਥ ਕੀ ਹੈ। ਸੋ ਪਹਿਲਾ ਆਪਸ਼ਨ ਹੈਗਾ ਜੀ ਮੌਤ ਦਾ ਟਿੱਲਾ, ਦੂਜਾ ਉੱਚਾ ਪਰਬਤ। ਸੋ ਇਹਦਾ ਆਨਸਰ ਹੈ ਜੀ ਮੌਤ ਦਾ ਟਿੱਲਾ, ਇੰਗਲਿਸ਼ ਕਹਿੰਦੇ ਆ ਮਾਊਂਟ ਆਫ ਡੈਡ।
ਤਾਂ ਮੋਹਿੰਜੋਦੜੋ ਦਾ ਦੂਜਾ ਨਾਮ ਹੈਗਾ ਮੌਤ ਦਾ ਟਿੱਲਾ ਯਾਨੀ ਮਾਊਂਟ ਆਫ ਡੈਡ। ਧਿਆਨ ਰੱਖਣਾ ਪੇਪਰ ਦੇ ਵਿੱਚ ਕੁਐਸਚਨ ਵੀ ਬਾਰ-ਬਾਰ ਰਿਪੀਟ ਹੁੰਦਾ ਹੈ। ਮੈਂ ਉਹੀ ਕੁਐਸਚਨ ਚੱਕਦਾ ਜੋ ਬਾਰ-ਬਾਰ ਰਿਪੀਟ ਹੁੰਦੇ ਨੇ ਪੇਪਰਾਂ ਦੇ ਵਿੱਚ। ਸਿੰਧੂ ਘਾਟੀ ਦੀ ਸਭਿਅਤਾ ਵੇਲੇ ਕਿਸ ਦੀ ਪੂਜਾ ਪ੍ਰਚਲਿਤ ਸੀਗੀ? ਵੀ ਜਿਹੜੇ ਸਿੰਧੂ ਘਾਟੀ ਦੇ ਲੋਕ ਸੀਗੇ ਉਹ ਕਿਹਦੀ ਪੂਜਾ ਕਰਦੇ ਸੀਗੇ, ਕਿਹਨੂੰ ਪੂਜਦੇ ਸੀਗੇ? ਪਹਿਲਾ ਆਪਸ਼ਨ ਹੈਗਾ ਜੀ ਦੇਵੀਆਂ ਦੀ ਪੂਜਾ, ਦੂਜਾ ਆਪਸ਼ਨ ਹੈਗਾ ਪਿੱਪਲ ਅਤੇ ਨਿੰਮ ਦੇ ਰੁੱਖਾਂ ਦੀ ਪੂਜਾ, ਤੀਜਾ ਆਪਸ਼ਨ ਹੈਗਾ ਜੀ ਦੋਨਾਂ ਦੀ, ਯਾਨੀ ਦੇਵੀਆਂ ਤੇ ਪਿੱਪਲ ਦੋਵਾਂ ਦੀ ਕਰਦੇ ਸੀਗੇ ਤੇ ਦੇਵੀਆਂ ਦੀ ਕਰਦੇ ਸੀ ਜਾਂ ਪਿੱਪਲ ਦੀ ਕਰਦੇ ਸੀਗੇ। ਸੋ ਇਹਦਾ ਆਨਸਰ ਹੋਇਆ ਦੋਨਾਂ ਦੀ। ਜਿਹੜੇ ਉੱਧਰ ਦੇ ਲੋਕ ਸੀਗੇ ਉਹ ਦੇਵੀਆਂ ਦੀ ਪੂਜਾ ਵੀ ਕਰਦੇ ਸੀ ਤੇ ਪਿੱਪਲ ਅਤੇ ਨਿੰਮ ਦੇ ਰੁੱਖਾਂ ਦੀ ਪੂਜਾ ਵੀ ਕਰਦੇ ਸੀ। ਧਿਆਨ ਰੱਖਿਓ ਪੂਜਾ ਉੱਪਰ ਵੀ ਕੁਐਸਚਨ ਜਿਹੜਾ ਪੇਪਰ ਵਿੱਚ ਪੁੱਛਿਆ ਜਾਂਦਾ ਹੈ। ਠੀਕ ਹੈ ਜੀ। 9ਵਾਂ ਕੁਐਸਚਨ, ਹੜੱਪਾ ਕਿਹੜੀ ਨਦੀ ਦੇ ਕਿਨਾਰੇ ਹੈ? ਜਿਹੜਾ ਹੜੱਪਾ ਸ਼ਹਿਰ ਹੈ ਉਹ ਕਿਹੜੀ ਨਦੀ ਦੇ ਕਿਨਾਰੇ ਹੈ? ਆਪਸ਼ਨ ਹੈਗਾ ਜੀ ਪਹਿਲਾ ਰਾਵੀ, ਦੂਜਾ ਹੈਗਾ ਸਤਲੁਜ। ਤਾਂ ਜਿਹੜਾ ਹੜੱਪਾ ਸ਼ਹਿਰ ਹੈ ਉਹ ਰਾਵੀ ਨਦੀ ਦੇ ਕਿਨਾਰੇ ਹੈ। ਪੇਪਰ ਦੇ ਕੁਐਸਚਨ ਬਹੁਤ ਵਾਰ ਰਿਪੀਟ ਹੋਇਆ ਵੀ ਹੜੱਪਾ ਸ਼ਹਿਰ ਜਿਹੜਾ ਹੈ ਉਹ ਕਿਹੜੀ ਨਦੀ ਦੇ ਕਿਨਾਰੇ ਹੈ? ਤਾਂ ਰਾਵੀ ਨਦੀ ਦੇ। 10ਵਾਂ ਕੁਐਸਚਨ ਜੀ, ਹੜੱਪਾ ਕਾਲ ਵਿੱਚ ਪੈਸੇ ਟਕੇ ਕਿਸ ਚੀਜ਼ ਦੇ ਬਣਾਏ ਜਾਂਦੇ ਸੀ? ਯਾਨੀ ਉਸ ਟਾਈਮ ਜਿਹੜੇ ਪੈਸੇ ਬਣਦੇ ਸੀਗੇ ਉਹ ਕਿਸ ਚੀਜ਼ ਦੇ ਬਣਦੇ ਸੀਗੇ? ਦੋ ਮਟੀਰੀਅਲ ਦੇ ਨਾਮ ਨੇ ਇੱਥੇ। ਪਹਿਲਾ ਹੈਗਾ ਜੀ ਟੈਰਾਕੋਟਾ, ਦੂਜਾ ਹੈਗਾ ਕਾਂਸੀ। ਸੋ ਇਹਦਾ ਆਨਸਰ ਹੈਗਾ ਜੀ ਟੈਰਾਕੋਟਾ। ਟੈਰਾਕੋਟਾ ਇੱਕ ਮਟੀਰੀਅਲ ਹੁੰਦਾ ਸੀਗਾ, ਉਹਦੇ ਪੈਸੇ ਟਕੇ ਬਣਾਏ ਜਾਂਦੇ ਸੀਗੇ। ਧਿਆਨ ਰੱਖਿਓ ਟੈਰਾਕੋਟਾ ਇੱਕ ਮਟੀਰੀਅਲ ਹੁੰਦਾ ਸੀਗਾ, ਉਹਦੇ ਪੈਸੇ ਟਕੇ ਬਣਾਏ ਜਾਂਦੇ ਸੀਗੇ। ਤੇ ਕੁਐਸਚਨ ਹੋਰ ਤੁਹਾਨੂੰ ਦੱਸ ਦਿੰਦਾ ਵੀ ਇਹਨੇ ਪੁੱਛਦੇ ਆ ਵੀ ਜਿਹੜਾ weight ਵਰਤਦੇ ਸੀਗੇ, ਜਿਹੜਾ ਭਾਰ ਵਰਤਦੇ ਸੀਗੇ ਉਹ ਕਿਹੜੇ ਮਲਟੀਪਲ ਯਾਨੀ ਕਿਹੜੇ ਗੁਣਾ 'ਚ ਵਰਤਦੇ ਸੀਗੇ? ਤਾਂ ਧਿਆਨ ਰੱਖਿਓ ਉਹ 16 ਦੇ ਗੁਣੇ ਦੇ ਵਿੱਚ ਵਰਤਦੇ ਸੀ। ਜਿੰਨੇ ਭਾਰ ਵਰਤਦੇ ਸੀਗੇ ਉਹ 16 ਦੇ ਮਲਟੀਪਲ ਦੇ ਵਿੱਚ ਵਰਤਦੇ ਸੀਗੇ, ਯਾਨੀ 16 ਦੇ ਗੁਣਾ 'ਚ ਵਰਤਦੇ ਸੀਗੇ। ਮਲਟੀਪਲਸ ਕਹਿੰਦੇ ਇਹਨੂੰ। ਪੇਪਰ ਦੇ ਕੁਐਸਚਨ ਵੀ ਬੜੇ ਵਾਰ ਆਉਂਦਾ ਹੈ ਜਿਹੜੇ ਭਾਰ ਵਰਤਦੇ ਸੀ ਉਹ ਕਿਹੜੇ ਮਲਟੀਪਲਸ ਹੁੰਦੇ ਸੀਗੇ? ਇਹਦਾ 16 ਦੇ। 16 ਦੇ ਮਲਟੀਪਲ 'ਚ ਵਰਤਦੇ ਸੀ ਭਾਰ। ਧਿਆਨ ਰੱਖਿਓ ਇੱਥੇ ਆਪਾਂ ਹੜੱਪਾ ਦੇ ਕੁਐਸਚਨ ਕੀਤੇ, ਥੋੜਾ ਬਹੁਤ ਹੜੱਪਾ ਬਾਰੇ ਜਾਣਿਆ। ਸੋ ਜਿਹੜੇ ਕੁਐਸਚਨ ਨੇ ਬਹੁਤ ਵਾਰੀ ਪੁੱਛੇ ਨੇ, ਨੇ ਮੌਤ ਦਾ ਟਿੱਲਾ ਕੁਐਸਚਨ ਹੈ ਮੋਹਿੰਜੋਦੜੋ ਬਹੁਤ ਵਾਰੀ ਆਇਆ। ਬਾਕੀ ਤੁਸੀਂ ਸਾਨੂੰ ਇਸੇ ਤਰੀਕੇ ਦੱਸੋ ਵੀ ਤੁਹਾਨੂੰ ਕਿਵੇਂ ਲੱਗੀ ਹਿਸਟਰੀ ਦੀ ਵੀਡੀਓ। ਕਮੈਂਟ ਕਰਕੇ ਡਾਊਟ ਵੀ ਪੁੱਛ ਸਕਦੇ ਹੋ ਆਪਣਾ, ਜੇ ਕੋਈ ਦਿੱਕਤ ਹੈ ਤਾਂ ਵੀ ਆਪਣਾ ਕਮੈਂਟ ਕਰਕੇ ਦੱਸ ਸਕਦੇ ਹੋ। ਬਾਕੀ ਐਵੇਂ ਦਾ ਕੰਟੈਂਟ ਅੱਗੇ ਪਾਉਣ ਦੇ ਲਈ ਤੁਸੀਂ ਸਾਡੇ ਚੈਨਲ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ, ਸ਼ੇਅਰ ਕਰੋ। ਸਬਸਕ੍ਰਾਈਬ ਕਰਕੇ ਨਾਲ ਦੀ ਨਾਲ ਜਿਹੜਾ ਆਪਣੀ ਬੈਲ ਆਈਕਨ ਪ੍ਰੈਸ ਕਰ ਦਿਓ ਤਾਂ ਕਿ ਜਿਵੇਂ ਕੋਈ ਪੜ੍ਹਾਈ ਦੀ ਵੀਡੀਓ ਹੋਵੇ ਤੁਹਾਨੂੰ ਨਾਲ ਦੀ ਨਾਲ ਮਿਲੇ। ਪੇਪਰ ਤੁਹਾਡਾ ਜਿਹੜਾ ਆਪਾਂ ਪੂਰਾ ਸਿਲੇਬਸ ਕਰਾਵਾਂਗੇ। ਹਿਸਟਰੀ ਆਪਾਂ ਸ਼ੁਰੂ ਕਰਤੀ ਹੈ, ਆਪਾਂ ਜਲਦੀ ਹਿਸਟਰੀ ਸਾਰੀ ਕਵਰ ਕਰ ਲਾਂਗੇ। ਉਹੀ ਕੁਐਸਚਨ ਚੱਕੇ ਨੇ ਜੋ ਬਹੁਤ ਇੰਪੋਰਟੈਂਟ ਨੇ, ਜੋ ਇਸ ਵਾਰ ਪੇਪਰ ਦੇ ਵਿੱਚ ਆ ਸਕਦੇ ਨੇ। ਬਸ ਇੱਕੋ ਮੋਟੀਵੇਸ਼ਨ ਚਾਹੀਦੀ ਹੈ ਜੀ, ਲਾਈਕ ਕਰੋ, ਕਮੈਂਟ ਕਰੋ, ਸ਼ੇਅਰ ਕਰੋ। ਤੁਸੀਂ ਸ਼ੇਅਰ ਕਰਦੇ ਹੋ ਸਾਡੀ ਮੋਟੀਵੇਸ਼ਨ ਵੱਧਦੀ ਹੈ। ਬਸ ਤੁਸੀਂ ਲਾਈਕ ਕਰਿਆ ਕਰੋ, ਕਮੈਂਟ ਕਰੋ, ਸ਼ੇਅਰ ਕਰੋ, ਇਹੀ ਸਾਡੀ ਮੰਗ ਹੈ। ਬਾਕੀ ਤੁਹਾਡੇ ਲਈ ਐਵੇਂ ਦਾ ਕੰਟੈਂਟ ਜਿਹੜਾ ਅਸੀਂ ਲੈ ਕੇ ਆਉਂਦੇ ਰਵਾਂਗੇ। ਹਿਸਟਰੀ ਆਪਾਂ ਸ਼ੁਰੂ ਕਰਤੀ ਹੈ, ਇਸ ਨੂੰ ਜਲਦੀ ਹੀ ਖਤਮ ਕਰ ਦਾਂਗੇ। ਤੁਹਾਡਾ ਬਹੁਤ ਬਹੁਤ ਧੰਨਵਾਦ।